ਪਿੱਛੇ ਗੁਰਮੁਖ ਪਿਆਰੇ ਨੇ ਪੁੱਛਿਆ ਸੀ, ਬਾਬਾ ਜੀ ਚਰਨ ਬੰਦਨਾ। ਬਾਬਾ ਜੀ ਸਾਖਸ਼ੀ ਭਾਵ ਦੇ ਵਿੱਚ ਵਿਚਾਰਾਂ ਨੂੰ ਕਿਵੇਂ ਦੇਖਣਾ ਹੈ? ਇਹ ਵਿਚਾਰ ਦੇ ਬਾਰੇ ਹੋਰ ਕਿਰਪਾ ਕਰੋ ਜੀ। ਜਦੋਂ ਸਿਰਫ ਬੈਠ ਜਾਂਦੇ ਹਾਂ, ਕੁਛ ਨਹੀਂ ਕਰਦੇ, ਥੋੜ੍ਹੇ ਸਮੇਂ ਤਾਂ ਆਨੰਦ ਆਉਂਦਾ ਹੈ, ਫਿਰ ਵਿਚਾਰ ਆ ਜਾਂਦੇ ਹਨ। ਸਾਖਸ਼ੀ ਭਾਵ ਨੂੰ ਕਿਵੇਂ ਪਰਪੱਕ ਕਰਨਾ ਹੈ ਜੀ, ਤਾਂ ਕਿ ਸਿਰਫ ਚੇਤਨਾ ਹੀ ਰਹਿ ਜਾਵੇ। ਕਿਰਪਾ ਕਰੋ ਜੀ। ਅੱਜ ਇੱਕ ਆਡੀਓ ਰਿਕਾਰਡਿੰਗ ਰਾਹੀਂ ਗੁਰਮੁਖ ਪਿਆਰੇ ਨੇ ਜੋ ਕਿਹਾ ਹੈ ਨਾ, ਉਹ ਸਾਖਸ਼ੀ ਭਾਵ ਦੇ ਵਿੱਚ ਉਤਰਨ ਵਾਸਤੇ ਪਹਿਲਾ ਕਦਮ ਹੈ। ਸਾਖਸ਼ੀ ਭਾਵ ਦੇ ਵਿੱਚ ਜੋ ਰੁਕਾਵਟਾਂ ਬਣਦੀਆਂ ਹਨ, ਪਹਿਲਾਂ ਉਹਨਾਂ ਨੂੰ ਸਮਝੋ, ਫਿਰ ਰੁਕਾਵਟਾਂ ਬਣਦੀਆਂ ਕਿਉਂ ਹਨ। ਜੋ ਰੋਜ਼ ਕਿਹਾ ਜਾਂਦਾ ਹੈ ਨਾ, ਉਹ ਅਗਰ ਤੁਸੀਂ ਸਮਝੋਗੇ, ਜੀਵਨ 'ਚ ਢਾਲੋਗੇ, ਤੇ ਰੁਕਾਵਟਾਂ ਨਹੀਂ ਬਣਨਗੀਆਂ। ਜਿਵੇਂ ਇਸ ਗੁਰਮੁਖ ਪਿਆਰੇ ਨੇ ਉਹਨਾਂ ਰੁਕਾਵਟਾਂ ਨੂੰ ਦੂਰ ਕੀਤਾ ਹੈ। ਮੈਂ ਪਿੱਛੇ ਜੇ ਕਿਹਾ ਸੀ ਵੀ ਇੱਕ ਗੁਰਮੁਖ ਪਿਆਰਾ ਕਹਿੰਦਾ ਹੈ ਵੀ ਮੇਰਾ ਹੁਣ ਸੰਸਾਰ ਦੇ ਕੰਮਾਂ ਕਾਰਾਂ ਵੱਲ ਜਾਂ ਗੱਲਾਂ ਬਾਤਾਂ ਵੱਲ, ਰੁਝੇਵਿਆਂ ਵੱਲ ਬਹੁਤਾ ਧਿਆਨ ਨਹੀਂ ਜਾਂਦਾ ਹੈ, ਬਹੁਤਾ ਪ੍ਰਭਾਵ ਨਹੀਂ ਪੈਂਦਾ ਹੈ, ਕਿਉਂਕਿ ਸੰਸਾਰ ਦਾ ਪ੍ਰਭਾਵ ਘਟੇਗਾ ਤਾਂ ਹੀ ਤੁਸੀਂ ਅੰਦਰੋਂ ਸ਼ਾਂਤ ਹੋ ਸਕੋਗੇ। ਅਗਰ ਸੰਸਾਰ ਦੀ ਤੁਹਾਡੇ ਅੰਦਰ ਕੋਈ ਵਾਸ਼ਨਾ ਚਾਹਤ ਹੈ, ਤੁਸੀਂ ਸ਼ਾਂਤ ਨਹੀਂ ਹੋ ਸਕਦੇ। ਤੇ ਕੋਈ ਵੀ ਵਾਸ਼ਨਾ ਨਹੀਂ, ਕੋਈ ਚਾਹਤ ਨਹੀਂ ਸੰਸਾਰ ਦੀ, ਕੁਛ ਨਹੀਂ ਚਾਹੀਦਾ। ਜੋ ਰੱਬ ਨੇ ਦਿੱਤਾ ਹੈ ਬਹੁਤ ਕੁਛ ਹੈ, ਇਹ ਸੰਤੁਸ਼ਟ ਹੈ। ਇਹਨੂੰ ਗੱਲ ਸਮਝ ਵਿੱਚ ਆ ਰਹੀ ਹੈ? ਫਿਰ ਸੁਣ ਸੁਣ ਕੇ ਹੀ ਤੇ ਹੌਲੀ ਹੌਲੀ ਸੁਣ ਕੇ ਹੀ ਇਹ ਸ਼ਾਂਤ ਹੋ ਗਿਆ ਹੈ। ਪਤਾ ਲੱਗ ਗਿਆ ਵਾਸਤਵਿਕ ਦੇ ਵਿੱਚ ਮਾਰਗ ਦਾ। ਤੇ ਇਹ ਸੁਣ ਰਿਹਾ ਸੀ। ਦੇਖੋ, ਤੇ ਸੁਣਦੇ ਹੀ ਇਹ ਘਟਨਾ ਘਟੀ ਹੈ ਜੋ ਕਹਿ ਰਿਹਾ ਹੈ। ਪਰ ਸੁਣ ਉਹ ਹੀ ਸਕਦਾ ਹੈ ਜਿਹੜਾ ਅੰਦਰੋਂ ਖਾਲੀ ਹੋਵੇ। ਪਹਿਲਾਂ ਤਾਂ ਸੰਸਾਰ ਵੱਲੋਂ ਉਪਰਾਮ ਹੋਵੇ, ਫਿਰ ਪੁਰਾਣੇ ਸ਼ਬਦਾਂ ਤੋਂ ਵੀ ਖਾਲੀ ਹੋਵੇ। ਬਹੁਤੇ ਲੋਕ ਜੋ ਪੜ੍ਹਿਆ ਸੁਣਿਆ ਹੈ ਪੁਰਾਣਾ ਜਾਂ ਜਿਹਨੂੰ ਮੰਨਦੇ ਹਨ, ਉਹਨਾਂ ਦੇ ਹੀ ਸ਼ਬਦ ਮਨ ਦੇ ਵਿੱਚ ਘੁੰਮਦੇ ਰਹਿੰਦੇ ਹਨ।
ਖਾਲੀ ਹੋ ਕੇ ਨਹੀਂ ਨਾ ਸੁਣਦੇ ਹਨ ਅਤੇ ਉਸ ਭਾਵ ਦੇ ਵਿੱਚ ਬਹਿੰਦੇ ਨਹੀਂ ਹਨ। ਜਿਹੜੇ ਭਾਵ ਦੇ ਵਿੱਚ ਕਿਹਾ ਜਾ ਰਿਹਾ ਹੈ ਕੁਛ, ਉਹਦੇ ਵਿੱਚ ਤੁਸੀਂ ਤਾਂ ਹੀ ਉਤਰੋਗੇ ਜਦੋਂ ਖਾਲੀ ਹੋਵੋਗੇ। ਜਿਵੇਂ ਕੋਈ ਮਧੁਰ ਸੰਗੀਤ ਗਾ ਰਿਹਾ ਹੋਵੇ ਵੈਰਾਗਮਈ, ਅਤੇ ਤੁਸੀਂ ਜਦੋਂ ਕੋਈ ਵਿਚਾਰ ਨਹੀਂ ਕਰ ਰਹੇ ਹੋ, ਘਰ ਦੀ, ਪਰਿਵਾਰ ਦੀ, ਸੰਸਾਰ ਦੀ ਨਹੀਂ ਸੋਚਦੇ ਹੋ, ਉਸ ਗੀਤ ਦੇ ਵਿੱਚ ਬਹਿ ਜਾਂਦੇ ਹੋ। ਉਸੇ ਭਾਵ ਦੇ ਵਿੱਚ ਉਤਰ ਜਾਂਦੇ ਹੋ ਜਿਸ ਭਾਵ ਦੇ ਵਿੱਚ ਉਹ ਗੀਤ ਗਾ ਰਿਹਾ ਹੈ ਗੀਤਕਾਰ। ਇਵੇਂ ਹੀ ਇਹ ਜੇ ਗੋਬਿੰਦ ਦੇ ਗੀਤ ਗਾਏ ਜਾ ਰਹੇ ਹਨ, ਪਰ ਇਹਨਾਂ ਗੀਤਾਂ ਨੂੰ ਤੁਸੀਂ ਸਿੱਧੇ ਹੀ ਸੁਣੋਗੇ ਖਾਲੀ ਪਨ ਦੁਆਰਾ। ਫਿਰ ਪਹਿਲਾਂ ਤਾਂ ਸੰਸਾਰ ਤੋਂ ਖਾਲੀ, ਸੰਸਾਰ ਦੇ ਵਿਚਾਰਾਂ ਤੋਂ ਖਾਲੀ ਹੋਣਾ ਹੈ। ਸੰਸਾਰ ਦਾ ਕੋਈ ਆਕਰਸ਼ਣ ਨਹੀਂ ਹੈ, ਕੋਈ ਵਾਸ਼ਨਾ ਨਹੀਂ, ਕੋਈ ਚਾਹਤ ਨਹੀਂ, ਕੁਛ ਵੀ ਨਹੀਂ। ਫਿਰ ਜਿਹੜੇ ਪੁਰਾਣੇ ਧਾਰਮਿਕ ਸ਼ਬਦ ਹਨ, ਧਾਰਮਿਕ ਉਪਦੇਸ਼ ਹਨ, ਉਹਨਾਂ ਤੋਂ ਵੀ ਖਾਲੀ ਹੋਣਾ ਹੈ। ਹੁਣ ਤੁਸੀਂ ਇਉਂ ਸਮਝ ਲਵੋ ਵੀ ਇਹ ਸਾਕਸ਼ੀ ਸ਼ਬਦ ਜਿਹੜਾ ਹੈ ਨਾ, ਇਹ ਨਵਾਂ ਹੈ ਤੇ ਬਹੁਤ ਪੁਰਾਣਾ, ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਨਹੀਂ ਹੈ। ਉੱਥੇ ਸਾਕੀ ਸ਼ਬਦ ਹੈ, ਸਾਕੀ। ਗੁਰੂ ਸਾਖੀ ਹੈ ਤੁਹਾਡਾ। ਪਰ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਹਨ, ਜਿਵੇਂ ਇਹ ਹੁਕਮਨਾਮਾ ਪਾਇਆ ਹੈ, ਅਤੇ ਕਈ ਰੋਜ਼ ਹੁਕਮਨਾਮੇ ਹੀ ਸੁਣਦੇ ਹਨ, ਅਤੇ ਉਹਨਾਂ ਦੇ ਖਿਆਲ ਵਿੱਚ ਉਹੋ ਹੀ ਉਪਸ਼ਬਦ ਹੁੰਦੇ ਹਨ, ਉਹੋ ਹੀ ਉਪਦੇਸ਼ ਹੁੰਦੇ ਹਨ। ਉਹ ਫਿਰ ਸੋਚਦੇ ਹਨ ਵੀ ਸਾਖੀ ਸ਼ਬਦ ਤਾਂ ਸਾਡੇ ਗੁਰੂ ਦੇ ਵਿੱਚ ਹੈ ਹੀ ਨਹੀਂ, ਗੁਰੂ ਨੇ ਕਿਹਾ ਹੀ ਨਹੀਂ। ਤੋ ਧਿਆਨਪੂਰਵਕ ਨਹੀਂ ਸੁਣਨਗੇ। ਜੋ ਤਾਲਮੇਲ ਖਾਂਦਾ ਹੈ, ਕਈ ਸੋਚਦੇ ਵੀ ਹਨ ਵੀ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਤੁਹਾਡੀਆਂ ਗੱਲਾਂ ਤਾਲਮੇਲ ਨਹੀਂ ਖਾਂਦੀਆਂ ਹਨ। ਕਈ ਪਿੱਛੇ ਜੇ ਇੱਕ ਪ੍ਰਚਾਰਕ ਵੀ ਵਾਰ-ਵਾਰ ਮੈਨੂੰ ਕਹੀ ਜਾਵੇ ਵੀ ਜੋ ਤੁਸੀਂ ਕਹਿ ਰਹੇ ਹੋ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਿੱਥੇ ਲਿਖਿਆ। ਮੈਂ ਕਿਹਾ ਇਹ ਸਾਰਾ ਕੁਛ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਥੋੜ੍ਹੀ ਲਿਖਿਆ ਹੈ। ਉਹ 550 ਸਾਲ ਪਹਿਲਾਂ ਲਿਖਿਆ ਸੀ। ਮੈਂ ਹੋਰ ਬੋਲ ਰਿਹਾ, ਬਹੁਤ ਨਵੀਆਂ ਗੱਲਾਂ ਹਨ, ਨਵੀਂ ਭਾਸ਼ਾ ਦੁਆਰਾ ਬੋਲੀਆਂ ਜਾ ਰਹੀਆਂ। ਉਹ ਪੁਰਾਣੇ ਸ਼ਬਦ ਹਨ, ਇੱਧਰ ਨਵੇਂ ਸ਼ਬਦ ਹਨ। ਅਤੇ ਜਿਹੜੇ ਪੁਰਾਣੇ ਸ਼ਬਦਾਂ ਦੇ ਨਾਲ ਜੁੜੇ ਹੋਏ ਹਨ, ਫਿਰ ਉਹ ਸਮੇਂ ਕਿਹਾ ਗਿਆ ਹੈ ਉਪਦੇਸ਼। ਹੁਣ ਤੁਸੀਂ ਦੇਖੋ ਵੀ ਉਹ ਜਿਹੜਾ ਉਪਦੇਸ਼ ਹੈ ਉਹਦੇ ਤੁਹਾਨੂੰ ਅਰਥ ਕਰਨੇ ਪੈਂਦੇ ਹਨ, ਤਾਂ ਤੁਸੀਂ ਸਮਝਦੇ ਹੋ। ਪਰ ਮੈਂ ਜੋ ਬੋਲ ਰਿਹਾ ਹਾਂ ਇਹਦੇ ਅਰਥ ਥੋੜ੍ਹੇ ਕਰਨੇ ਪੈਂਦੇ ਹਨ ਤੁਹਾਨੂੰ, ਤੁਸੀਂ ਸਿੱਧਾ ਹੀ ਸਮਝ ਰਹੇ ਹੋ। ਕਹਿ ਮੈਂ ਉਹੋ ਹੀ ਰਿਹਾ ਹਾਂ, ਪਰ ਭਾਸ਼ਾ ਨਵੀਂ, ਅਜੋਕੇ ਸਮੇਂ ਦੀ ਭਾਸ਼ਾ, ਅਜੋਕੇ ਸਮੇਂ ਦੇ ਹਿਸਾਬ ਨਾਲ ਤੁਹਾਨੂੰ ਧਿਆਨ ਵਿੱਚ ਰੱਖ ਕੇ, ਖਿਆਲ ਵਿੱਚ ਰੱਖ ਕੇ ਕਹੀ ਜਾ ਰਹੀ ਹੈ ਗੱਲ। ਹਾਂ, ਇਹਦੇ ਵੀ ਅਰਥ ਹੋਣਗੇ ਗਾਹਾਂ 50-100 ਸਾਲ ਬਾਅਦ, ਫਿਰ ਇਹ ਵੀ ਪੁਰਾਣੀ ਹੋ ਜਾਵੇਗੀ। ਫਿਰ ਜੋ ਪਿੱਛੇ ਕਿਹਾ ਹੈ ਨਾ ਬਾਬੇ ਨਾਨਕ ਨੇ, ਉਹ ਹੀ ਮੈਂ ਨਵੇਂ ਢੰਗ ਦੇ ਨਾਲ ਕਹਿ ਰਿਹਾ। ਗੱਲ ਉਹੋ ਹੀ ਹੈ। ਇਸ ਕਰਕੇ ਪ੍ਰਮਾਣ ਵੀ ਮੈਂ ਉੱਥੋਂ ਹੀ ਜ਼ਿਆਦਾ ਦਿੰਦਾ ਹਾਂ, ਕਿਉਂਕਿ ਬਹੁਤ ਮਹਾਂਪੁਰਸ਼ਾਂ ਦੇ ਅਨੁਭਵ ਹਨ ਉਹਦੇ ਵਿੱਚ, ਅਤੇ ਬਹੁਤ ਪਿਆਰੇ ਉਪਦੇਸ਼ ਹਨ।
ਪਰ ਵੈਸੇ ਹੀ ਨਹੀਂ ਕਹੇ ਜਾ ਰਹੇ ਹਨ ਜੈਸੇ ਉਹ ਸਮੇਂ ਕਿਹਾ ਸੀ। ਅਜੋਕੇ ਸਮੇਂ ਦੇ ਹਿਸਾਬ ਨਾਲ ਤੇ ਅਗਰ ਕੋਈ ਹੁਣ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਗੁਰੂ ਮੰਨਦਾ ਹੈ, ਜਿਵੇਂ ਉੱਤੇ ਲਿਖਿਆ ਵੀ ਹੋਇਆ ਹੈ, ਜੁਗੋ ਜੁਗ ਅਟਲ। ਇਹ ਜਿਹੜੇ ਪ੍ਰਚਾਰਕ ਹਨ, ਇਹ ਵਾਰ-ਵਾਰ ਬਹੁਤ ਕਹਿੰਦੇ ਹਨ, ਜੁਗੋ ਜੁਗ ਅਟਲ, ਚਵਰ ਛਤਰ ਤਖਤ ਤੇ ਮਾਲਕ, ਕਲਯੁਗ ਦੇ ਜਹਾਜ਼ ਬਾਣੀ ਕੇ ਬਹੁਤ ਸ਼ਬਦ ਵਰਤਦੇ ਹਨ। ਉਹ ਇਸ ਕਰਕੇ ਨਹੀਂ ਵਰਤ ਰਹੇ ਹਨ ਵੀ ਉਹਨਾਂ ਨੂੰ ਸ਼ਰਧਾ ਹੈ, ਖਿਆਲ ਵਿੱਚ ਰੱਖਿਓ। ਉਹ ਆਪਣੇ ਆਪ ਨੂੰ ਧਰਵਾਸਾ ਦਿੰਦੇ ਹਨ ਅਤੇ ਤੁਹਾਨੂੰ ਵੀ ਸੁਣਾਉਂਦੇ ਹਨ ਵੀ ਸਾਨੂੰ ਇੰਨੀ ਸ਼ਰਧਾ ਹੈ, ਦੇਖੋ ਅਸੀਂ ਕੈਸੇ ਸ਼ਬਦ ਵਰਤ ਰਹੇ ਹਾਂ। ਪਰ ਸ਼ਰਧਾ ਨਹੀਂ ਹੁੰਦੀ ਹੈ, ਖਿਆਲ ਵਿੱਚ ਰੱਖਿਓ। ਜਿਹੜਾ ਜ਼ਿਆਦਾ ਲਾਗੇ ਹੈ, ਅਸੀਂ ਬਹੁਤ ਦੇਖੇ ਹਨ ਗ੍ਰੰਥੀ ਸਿੰਘ। ਗ੍ਰੰਥੀ ਸਿੰਘਾਂ ਦੀ ਸ਼ਰਧਾ ਹੁੰਦੀ ਹੀ ਨਹੀਂ, ਕਿਉਂਕਿ ਉਹਨਾਂ ਨੂੰ ਪਤਾ ਹੀ ਹੈ ਅਸੀਂ ਜਿੱਦਾਂ ਮਰਜ਼ੀ ਰੱਖ ਦਈਏ, ਜਿਵੇਂ ਮਰਜ਼ੀ ਵਲੇਟ ਦਈਏ, ਜਿੱਥੇ ਮਰਜ਼ੀ ਰੱਖ ਦਈਏ, ਤਾਂ ਉਹਨਾਂ ਨੂੰ ਗ੍ਰੰਥੀ ਲੱਗਦਾ ਹੈ ਵੀ ਗ੍ਰੰਥੀ। ਹੁਣ ਜਿਵੇਂ ਮੂਰਤੀ ਦੀ ਜਿਹੜੀ ਸੇਵਾ ਕਰ ਰਿਹਾ ਹੈ ਪੰਡਿਤ ਪੁਜਾਰੀ, ਉਹਨੂੰ ਭਗਵਾਨ ਥੋੜ੍ਹੀ ਲੱਗਦੀ ਹੈ ਮੂਰਤੀ। ਉਹੋ ਹੀ ਭੋਗ ਲਵਾਉਂਦਾ, ਉਹ ਕੱਪੜੇ ਪਵਾਉਂਦਾ, ਉਹ ਸਭ ਕੁਛ ਕਰ ਰਿਹਾ, ਉਹਨੂੰ ਦਿਖਦਾ ਹੀ ਹੈ ਸਭ। ਦੂਸਰਿਆਂ ਨੂੰ ਕਹਿੰਦਾ ਹੈ ਭਗਵਾਨ। ਪਰ ਗ੍ਰੰਥ ਗੁਰੂ ਕਿਵੇਂ ਹੋ ਸਕਦਾ ਹੈ? ਤੁਸੀਂ ਸੋਚੋ ਥੋੜ੍ਹਾ ਜਿਹਾ। ਹਾਂ, ਜਿਹੜਾ ਉਪਦੇਸ਼ ਹੈ ਉਹ ਗੁਰੂਆਂ ਤੋਂ ਆਇਆ ਹੋਇਆ ਹੈ, ਉਹਦਾ ਸਤਿਕਾਰ ਕਰਨਾ ਬਣਦਾ ਹੈ। ਫਿਰ ਜੁਗੋ ਜੁਗ ਅਟਲ ਕਿਵੇਂ ਹੈ? ਤੁਸੀਂ ਜਦੋਂ ਬਿਰਧ ਹੋ ਜਾਂਦੇ ਹਨ, ਸਰੂਪ ਸੰਸਕਾਰ ਵੀ ਕਰ ਦਿੰਦੇ ਹੋ ਅਤੇ ਸੜ ਕੇ ਤੁਹਾਡੇ ਸਾਹਮਣੇ ਸਵਾਹ ਵੀ ਹੋ ਜਾਂਦੇ ਹਨ ਅੰਗ। ਤੁਹਾਨੂੰ ਪਤਾ ਵੀ ਹੈ ਕਿ ਗ੍ਰੰਥ ਜੋ ਵਰਕੇ ਉਹ ਗੁਰੂ ਹਨ, ਸ਼ਾਹੀ ਗੁਰੂ ਨਹੀਂ। ਉਪਦੇਸ਼ ਗੁਰੂਆਂ ਤੋਂ ਆਇਆ ਹੋਇਆ ਹੈ, ਪਰ ਉਪਦੇਸ਼ ਵੀ ਉਹ ਸਮੇਂ ਜਿਹੜੇ ਸਰੋਤੇ ਸਨ ਉਹਨਾਂ ਵਾਸਤੇ ਸੀ। ਖਿਆਲ ਵਿੱਚ ਰੱਖਿਓ ਕਿ ਆ ਉਹ ਹੀ ਜਾ ਰਿਹਾ ਹੈ, ਪਰ ਉਸ ਪੁਰਾਣੇ ਨੂੰ ਛੱਡ ਕੇ ਸੁਣੋਗੇ, ਖਿਆਲ ਵਿੱਚੋਂ ਕੱਢ ਕੇ ਸੁਣੋਗੇ, ਸਿੱਧਾ ਸਿੱਧਾ ਸੁਣੋਗੇ, ਤਾਂ ਹੀ ਤੁਹਾਨੂੰ ਸਮਝ ਵਿੱਚ ਆਵੇਗਾ। ਫਿਰ ਜਦੋਂ ਇਹ ਗੱਲ ਸਮਝ ਵਿੱਚ ਆ ਜਾਵੇਗੀ ਨਾ ਜੋ ਮੈਂ ਕਹਿ ਰਿਹਾ ਹਾਂ, ਅਤੇ ਗੁਰੂ ਗ੍ਰੰਥ ਸਾਹਿਬ ਜੀ 'ਤੇ ਸ਼ਰਧਾ ਜ਼ਿਆਦਾ ਆਵੇਗੀ। ਤੁਹਾਨੂੰ ਪਤਾ ਲੱਗੇਗਾ ਵੀ ਜੋ ਬਾਬਾ ਨਾਨਕ ਜੀ ਕਹਿ ਰਹੇ ਸਨ ਉਹੀ ਅਨੁਭਵ ਸਾਨੂੰ ਹੋ ਰਹੇ ਹਨ। ਪਤਾ ਲੱਗ ਰਿਹਾ ਹੈ ਜੋ ਕਹਿ ਰਹੇ ਹਨ, ਤੁਹਾਨੂੰ ਸਪਸ਼ਟ ਹੋਣਾ ਸ਼ੁਰੂ ਹੋ ਜਾਊਗਾ। ਅਤੇ ਜਿਹੜੀ ਗੱਲ ਸਪਸ਼ਟ ਹੋਊਗੀ ਤਾਂ ਉਹਦੇ 'ਤੇ ਸ਼ਰਧਾ ਹੀ ਆਊਗੀ ਨਾ, ਸ਼ਰਧਾ ਵਧੂਗੀ। ਫਿਰ ਇਹ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਹਾਂ, ਜਿਹੜੇ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਨ ਵਾਸਤਵਿਕ ਦੇ ਵਿੱਚ, ਉਹਨਾਂ ਦੀ ਸ਼ਰਧਾ ਵਧੂਗੀ ਗੁਰੂਆਂ 'ਤੇ, ਘਟੂਗੀ ਥੋੜ੍ਹੀ। ਜਿਹੜੇ ਵੀ ਗੁਰੂਆਂ ਨੂੰ ਪੁਰਾਣਿਆਂ ਨੂੰ ਮੰਨਦੇ ਹਨ, ਪੂਰਨ ਹੋ ਚੁੱਕੇ ਹਨ, ਜੋ ਉਹਨਾਂ ਨੇ ਕਿਹਾ ਹੈ ਉਹਦੇ ਨਾਲ ਜਦੋਂ ਤਾਲਮੇਲ ਖਾਵੇਗਾ ਤਾਂ ਵਧੇਗੀ ਨਾ ਸ਼ਰਧਾ। ਪਰ ਪਹਿਲਾਂ ਤੁਹਾਨੂੰ ਧਿਆਨ ਹਟਾਉਣਾ ਪਵੇਗਾ ਗੱਲ ਸਮਝਣ ਵਾਸਤੇ। ਸਿੱਧੀ ਸਿੱਧੀ ਸੁਣੋਗੇ, ਪੁਰਾਣੀ ਧਾਰਨਾ ਨੂੰ ਵਿੱਚੋਂ ਕੱਢ ਕੇ ਸੁਣੋਗੇ, ਜਿਵੇਂ ਇਸ ਗੁਰਮੁਖ ਪਿਆਰੇ ਨੇ ਸੁਣਿਆ ਹੈ। ਖਿਆਲ ਵਿੱਚ ਰੱਖਿਓ, ਇਹ ਬਹੁਤ ਕੱਟਰਪੰਥੀ ਸੀ ਪਹਿਲਾਂ, ਜਿਵੇਂ ਟਕਸਾਲੀ ਹੁੰਦੇ ਹਨ। ਬਹੁਤ ਧਾਰਨਾ ਮਜ਼ਬੂਤ ਹੋਵੇਗੀ ਇਹਦੀ ਵੀ, ਪਰ ਸੁਣ ਕੇ ਹੀ ਉੱਧਰੋਂ ਖਿਆਲ ਹਟਿਆ ਅਤੇ ਵਾਸਤਵਿਕ ਦੇ ਵਿੱਚ ਸਹੀ ਢੰਗ ਦੇ ਨਾਲ ਇਹ ਸਿੱਧਾ ਸਿੱਧਾ ਸੁਣਨ ਲੱਗਾ। ਧਾਰਮਿਕ ਲੋਕਾਂ ਨੇ ਵੀ ਬਹੁਤ ਵਿਰੋਧ ਕੀਤਾ ਸੀ ਇਹਦਾ ਪਿੱਛੇ ਜਿਹੇ। ਸ਼ਾਇਦ ਬਹੁਤੇ ਸਰੋਤੇ ਜਿਹੜੇ ਪੁਰਾਣੇ ਹਨ ਉਹਨਾਂ ਨੂੰ ਪਤਾ ਵੀ ਹੋਵੇਗਾ,
ਪਰ ਇਹ ਗੁਰਮੁਖ ਪਿਆਰਾ ਦੇ ਅੰਦਰ ਪਿਆਸ ਸੀ। ਫਿਰ ਸੰਸਾਰ 'ਚੋਂ ਵੈਰਾਗ ਹੋਵੇ, ਸੰਸਾਰ ਵੱਲੋਂ ਧਿਆਨ ਹਟਦਾ ਹੈ। ਫਿਰ ਅੰਦਰ ਪਿਆਸ ਹੋਵੇ, ਤੜਪ ਹੋਵੇ, ਤੇ ਫਿਰ ਆਦਮੀ ਸੁਣਦਾ ਹੈ ਧਿਆਨਪੂਰਵਕ। ਤੇ ਇਹਦੇ ਅੰਦਰ ਪਿਆਸ ਵੀ ਹੈ, ਤਦੇ ਹੀ ਇਹ ਸੰਸਾਰ ਵੱਲੋਂ ਧਿਆਨ ਹਟਾ ਸਕਿਆ ਹੈ, ਸਮਾਜ ਵੱਲੋਂ ਧਿਆਨ ਹਟਾ ਸਕਿਆ ਹੈ, ਧਰਮ ਵੱਲੋਂ ਵੀ ਧਿਆਨ ਹਟਾ ਸਕਿਆ ਹੈ। ਤੇ ਬਿਲਕੁਲ ਖਾਲੀ ਹੋ ਕੇ ਸੁਣ ਰਿਹਾ ਹੋਵੇਗਾ, ਤੇ ਸੁਣਦੇ ਸੁਣਦੇ ਹੀ ਇਹਨੂੰ ਧੀਰੇ ਧੀਰੇ ਵੈਸਾ ਭਾਵ ਆਉਣ ਲੱਗ ਪਿਆ ਜੈਸਾ ਕਿਹਾ ਜਾ ਰਿਹਾ ਹੈ। ਸਾਕਸ਼ੀ ਭਾਵ ਖਿਆਲ ਆਉਣ ਲੱਗ ਗਿਆ, ਤੇ ਕੁਛ ਚਿਰ ਵਾਸਤੇ ਉਹ ਖਿਆਲ ਛੁੱਟ ਗਿਆ। ਥੋੜ੍ਹਾ ਜਿਹਾ ਗਹਿਰੇ ਵੀ ਡੁਬਕੀ ਲਾਈ, ਪਰ ਫਿਰ ਖਿਆਲ ਆ ਜਾਂਦਾ ਕਿ ਮੈਂ ਬਿਨਾਂ ਅੱਖਾਂ ਤੋਂ ਦੇਖ ਸਕਦਾ ਹਾਂ। ਇਹ ਖਿਆਲ ਆ ਗਿਆ, ਜੈਸਾ ਹੰਸਰ ਧਵਲ ਕਮਲ ਦਲ ਖੁੱਲ ਰਿਹਾ ਹੈ, ਐਸਾ ਖਿਆਲ ਆ ਗਿਆ। ਮਨ ਆ ਗਿਆ ਵਿੱਚ, ਖਿਆਲ ਆ ਗਿਆ। ਜਦੋਂ ਖਿਆਲ ਆ ਗਿਆ ਫਿਰ ਸਾਕਸ਼ੀ ਭਾਵ ਟੁੱਟ ਜਾਂਦਾ। ਜਦੋਂ ਖਿਆਲ ਆ ਗਿਆ ਸਮਝ ਲਓ ਵਿਚਾਰ ਆ ਗਿਆ, ਤੇ ਸਾਕਸ਼ੀ ਭਾਵ ਤੋਂ ਤੁਸੀਂ ਥੱਲੇ ਆ ਗਏ, ਮਨ ਦੇ ਤਲ 'ਤੇ ਆ। ਪਰ ਫਿਰ ਵੀ ਜਿਹੜਾ ਅਨੁਭਵ ਹੈ ਨਾ, ਉਹ ਤੁਹਾਨੂੰ ਦੂਸਰੇ ਅਨੁਭਵ ਵੱਲ ਨੂੰ ਪ੍ਰੇਰਿਤ ਕਰਦਾ ਹੈ, ਕਿਉਂਕਿ ਇਹ ਬਹੁਤ ਸੁਖਦਾਈ ਹੁੰਦਾ ਹੈ, ਬਹੁਤ ਪਿਆਰਾ ਹੁੰਦਾ ਹੈ। ਇਹਦੇ ਦੁਆਰਾ ਫਿਰ ਆਦਮੀ ਅੱਗੇ ਹੋਰ ਕਦਮ ਪੱਟਦਾ ਹੈ।